ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਮਾਲਵੇ ਦੀ ਧਰਤੀ, ਜਿੱਥੇ ਬਾਬਾ ਨੰਦ ਸਿੰਘ ਜੀ ਨੇ ਜਗਰਾਉਂ ਤੋਂ 5 ਕਿਲੋਮੀਟਰ ਦੀ ਦੂਰੀ ਤੇ ਦੁੱਖਾਂ ਤੋਂ ਮੁਕਤੀ ਦਾ ਘਰ ਗੁਰਦੁਆਰਾ ਨਾਨਕਸਰ ਦੀ ਸਥਾਪਨਾ ਕੀਤੀ। ਗੁਰਮਤਿ ਦਾ ਪ੍ਰਚਾਰ ਕਰਦੇ ਹੋਏ 13 ਭਾਦੋ 1943 ਨੂੰ ਬਾਬਾ ਨੰਦ ਸਿੰਘ ਜੀ ਸੱਚਖੰਡ ਜਾ ਬਿਰਾਜੇ ਸਨ। ਉਹਨਾਂ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ। ਉਹਨਾਂ ਨਾਨਕਸਰ ਕਲੇਰਾਂ ਵਿਖੇ ਸ਼੍ਰੀ ਸੱਚਖੰਡ ਸਾਹਿਬ, ਸ਼ੀਸ਼ ਮਹਲ, ਭੋਰਾ ਸਾਹਿਬ, ਸਰੋਵਰ, ਨਾਨਕਸਰ ਤੋਂ ਜੀਟੀ ਰੋਡ ਤੱਕ ਪੱਕੀ ਸੜਕ ਅਤੇ ਰੇਲਵੇ ਸਟੇਸ਼ਨ ਦਾ ਨਿਰਮਾਣ ਕਰਾਇਆ। ਬਾਬਾ ਈਸ਼ਰ ਸਿੰਘ ਜੀ 6 ਅਕਤੂਬਰ 1963 ਨੂੰ ਸਰੀਰਕ ਝੋਲਾ ਬਦਲ ਗਏ। ਉਹਨਾਂ ਤੋਂ ਬਾਅਦ ਉਹਨਾਂ ਦੇ ਮੁੱਖ ਹਜ਼ੂਰੀ ਸੇਵਾਦਾਰ ਸੰਤ ਬਾਬਾ ਸਾਧੂ ਸਿੰਘ ਜੀ ਨੇ ਇਹ ਸੇਵਾ ਸੰਭਾਲੀ ਅਤੇ ਵੱਡੇ ਮਹਾਂਪੁਰਸ਼ਾਂ ਵੱਲੋਂ ਚਲਾਈ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਹੋਰ ਵੀ ਪ੍ਰਚੰਡ ਕੀਤਾ। ਬਾਬਾ ਲੱਖਾ ਸਿੰਘ ਜੀ ਦੀ ਸ਼ਰਧਾ ਭਾਵਨਾ ਅਤੇ ਯੋਗਤਾ ਨੂੰ ਵੇਖਦੇ ਹੋਏ ਬਾਬਾ ਸਾਧੂ ਸਿੰਘ ਜੀ ਨੇ ਬਾਬਾ ਲੱਖਾ ਸਿੰਘ ਜੀ ਨੂੰ 5 ਅਕਤੂਬਰ 2001 ਵਿੱਚ ਆਪਣਾ ਉੱਤਰਾਧਿਕਾਰੀ ਬਣਨ ਦਾ ਸੁਭਾਗ ਬਖਸ਼ਿਆ। ਸੰਤ ਬਾਬਾ ਸਾਧੂ ਸਿੰਘ ਜੀ 15 ਮਈ 2009 ਨੂੰ 1:13 ਤੇ ਸਰੀਰਕ ਝੋਲਾ ਬਦਲ ਗਏ। ਉਹਨਾਂ ਦੀ ਅੰਤਮ ਅਰਦਾਸ ਤੋਂ ਬਾਅਦ 5 ਤਖਤਾਂ ਦੇ ਸਿੰਘ ਸਾਹਿਬਾਨ ਅਤੇ ਸਮੁੱਚੇ ਸਿੱਖ ਪੰਥ ਵੱਲੋਂ ਬਾਬਾ ਲੱਖਾ ਸਿੰਘ ਜੀ ਨੂੰ ਦਸਤਾਰ ਸਜਾ ਕੇ ਸੰਤ ਬਾਬਾ ਸਾਧੂ ਸਿੰਘ ਜੀ ਦੀ ਜਗ੍ਹਾ ਤੇ ਨਾਨਕਸਰ ਸੰਪਰਦਾਇ ਦੇ ਚੌਥੇ ਮੁਖੀ ਥਾਂ ਦਿੱਤਾ ਗਿਆ। ਬਾਬਾ ਲੱਖਾ ਸਿੰਘ ਜੀ ਨੇ ਸੰਗਤਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਚੈਰੀਟੇਬਲ ਹਸਪਤਾਲ ਬਣਵਾਇਆ, ਜਿਸ ਵਿੱਚ ਲੋੜਵੰਦ, ਬੇਸਹਾਰਾ ਅਤੇ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਹਰ ਪੂਰਨਮਾਸ਼ੀ ਅਤੇ ਹੋਰ ਸਮਾਗਮਾਂ ਤੇ ਗੰਭੀਰ ਬਿਮਾਰੀਆਂ ਦੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਸੰਗਤਾਂ ਦੀ ਸਹੂਲਤ ਲਈ ਮੁੱਖ ਸੱਚਖੰਡ ਦੇ ਸਾਹਮਣੇ ਇੱਕ ਬਹੁਤ ਹੀ ਵਿਸ਼ਾਲ ਅਤੇ ਸੁੰਦਰ ਦੀਵਾਨ ਹਾਲ ਬਣਵਾਇਆ ਗਿਆ ਹੈ, ਜਿੱਥੇ ਸੰਗਤਾਂ ਮੌਸਮ ਤੋਂ ਬੇਫਿਕਰ ਇਕਾਗਰ ਚਿੱਤ ਬੈਠ ਕੇ ਸਤਸੰਗ ਦਾ ਲਾਹਾ ਲੈਂਦੀਆਂ ਹਨ। ਪਰਉਪਕਾਰੀ ਬਿਰਤੀ ਬਾਬਾ ਲੱਖਾ ਸਿੰਘ ਜੀ ਨੇ ਨਾਨਕਸਰ ਦੇ ਕੋਲ ਦੀ ਲੰਘ ਰਹੇ ਬਦਬੂਦਾਰ ਨਾਲੇ ਨੂੰ ਅੰਡਰਗਰਾਉਂਡ ਕਰਵਾ ਕੇ ਉਸ ਉੱਪਰ ਸੋਹਣੇ ਖੁਸ਼ਬੂਦਾਰ ਪੌਦੇ ਲਗਵਾ ਕੇ ਨਾਨਕਸਰ ਦੀ ਸੁੰਦਰਤਾ ਨੂੰ ਵੀ ਹੋਰ 4 ਚੰਨ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਬਾਬਾ ਜੀ ਸਮਾਜਿਕ ਕਲਿਆਣ ਤੇ ਦੇਸ਼ ਸੇਵਾ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ। ਬਾਬਾ ਜੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਲੁਧਿਆਣਾ, ਫਿਰੋਜ਼ਪੁਰ, ਰਾਸ਼ਟਰੀ ਰਾਜਮਾਰਗ ਅਤੇ ਚੰਡੀਗੜ੍ਹ ਵਿੱਚ ਅਨੇਕ ਬਾਗ ਤਿਆਰ ਕਰਵਾ ਕੇ ਲੱਖਾਂ ਪੌਦੇ ਲਗਾਏ ਗਏ ਅਤੇ ਹੋਰ ਵੀ ਲਗਾਏ ਜਾ ਰਹੇ ਹਨ। ਇੰਨਾ ਹੀ ਨਹੀਂ ਬਲਕਿ ਦੁਬਈ, ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਲੱਖਾਂ ਪੌਦੇ ਲਗਵਾਏ ਗਏ ਹਨ। ਨਾਨਕਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਅਤੇ ਸੰਗਤਾਂ ਦੇ ਭਜਨ ਬੰਦਗੀ ਲਈ ਵਾਹਿਗੁਰੂ ਨਿਵਾਸ ਬਿਲਡਿੰਗ ਤਿਆਰ ਹੋਈ। ਬਾਬਾ ਨੰਦ ਜੀ ਦੇ ਤਪਸਥਾਨ ਸ਼੍ਰੀ ਸਰਦਖਾਨਾ ਨੂੰ ਹੋਰ ਵੀ ਸੁੰਦਰ ਬਣਾਇਆ ਗਿਆ। ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਸਰੋਵਰ ਦੇ ਕੰਢੇ ਇੱਕ ਵਿਸ਼ਾਲ ਬਿਰਧ ਆਸ਼ਰਮ ਤਿਆਰ ਕਰਵਾਇਆ ਗਿਆ। ਬਾਬਾ ਜੀ ਨੇ ਆਪਣੇ ਸੇਵਾ ਕਾਰਜਾਂ ਵਿੱਚ ਇੱਕ ਹੋਰ ਵਾਧਾ ਕੀਤਾ। ਉਹਨਾਂ ਨਾਨਕਸਰ ਕਲੇਰਾਂ ਵਿਖੇ ਬਾਬਾ ਨੰਦ ਸਿੰਘ ਜੀ ਦੁਆਰਾ ਲਗਵਾਈ ਬਾਉਲੀ ਨੂੰ ਗੁਰਦੁਆਰਾ ਬਾਉਲੀ ਸਾਹਿਬ ਦਾ ਰੂਪ ਦੇ ਕੇ ਇੱਕ ਗੁਰਮਤਿ ਪ੍ਰਚਾਰ ਕੇਂਦਰ ਦੀ ਸਥਾਪਨਾ ਕੀਤੀ, ਜਿੱਥੇ ਸਮੇਂ ਅਨੁਸਾਰ ਨੌਜਵਾਨਾਂ ਅਤੇ ਬੱਚਿਆਂ ਲਈ ਗੁਰਮਤਿ ਸੰਗੀਤ, ਕਥਾਵਾਚਕ ਅਤੇ ਨਾਲੋਂ ਨਾਲ ਸਿਲਾਈ ਕਢਾਈ ਆਦਿ ਦੀ ਜਾਣਕਾਰੀ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਬਾਬਾ ਲੱਖਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ, ਈਸ਼ਰ ਧਾਮ ਨਾਨਕਸਰ ਹਰੀਕੇ, ਨਾਨਕਸਰ 28 ਸੈਕਟਰ ਚੰਡੀਗੜ੍ਹ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨਾਨਕਸਰ ਤਨਾਸ ਚੰਡੀਗੜ੍ਹ, ਕਰੋਲ ਦਾ ਟਿੱਬਾ ਸੋਲਨ, ਗੁਰਦੁਆਰਾ ਨਾਨਕਸਰ ਸੁਭਾਸ਼ ਨਗਰ ਦਿੱਲੀ ਅਤੇ ਗੁਰਦੁਆਰਾ ਨਾਨਕਸਰ ਅਕੈਡਮੀ ਪਿੰਡ ਕੜਾਮਾ ਰਾਜਪੁਰਾ ਵਿਖੇ ਸੇਵਾਵਾਂ ਨਿਰੰਤਰ ਜਾਰੀ ਹਨ। ਬਾਬਾ ਲੱਖਾ ਸਿੰਘ ਜੀ ਵੱਲੋਂ ਮੁੱਖ ਸਥਾਨ ਨਾਨਕਸਰ ਸਾਹਿਬ ਵਿਖੇ 8 ਮੰਜ਼ਲਾ ਇਮਾਰਤ ਦੀ ਕਾਰ ਸੇਵਾ ਚੱਲ ਰਹੀ ਹੈ, ਜਿਸ ਦੀ ਇੱਕ ਮੰਜ਼ਲ ਦਾ ਏਰੀਆ 36,000 ਵਰਗ ਫੁੱਟ ਹੈ, ਜਿਸ ਵਿੱਚ ਵਿਸ਼ੇਸ਼ ਤੌਰ ਤੇ 2 ਮੰਜ਼ਲਾ ਅੰਡਰਗਰਾਉਂਡ ਕਾਰ ਪਾਰਕਿੰਗ, ਗਰਾਊਂਡ ਫਲੋਰ ਤੇ ਲੰਗਰ ਹਾਲ, ਜੋੜਾ ਘਰ, ਪਹਿਲੇ ਫਲੋਰ ਤੇ ਸਿਹਤ ਸੰਭਾਲ ਸੰਬੰਧੀ ਆਯੁਰਵੈਦਿਕ ਤਕਨੀਕ ਰਾਹੀਂ ਇਲਾਜ ਕਰਨ ਲਈ ਨੈਚੁਰਲ ਹੈਲਥ ਸੈਂਟਰ ਹੋਵੇਗਾ ਅਤੇ ਉਸ ਉੱਪਰ 5 ਮੰਜ਼ਲਾਂ ਸੰਗਤਾਂ ਦੀ ਰਿਹਾਇਸ਼ ਲਈ ਉਸਾਰੀਆਂ ਜਾ ਰਹੀਆਂ ਹਨ, ਜਿੱਥੇ ਬਾਬਾ ਜੀ ਸਮਾਜ ਭਲਾਈ ਦੇ ਅਨੰਤ ਕਾਰਜ ਕਰਦੇ ਹਨ
उन्हां विच बच्चियां दी विद्या ते ज़्यादा ध्यान दिता जाता है। पिंड दे वो बच्चे जो गरीबी कारण पढ़न तो असमर्थ हैं, उन्हां बच्चियां नूं स्कूली वर्दियां, किताबां, कापियां ਅਤੇ फीसां दे के विद्या प्राप्ति विच मायक सहायता दी जाती है। बच्चों को मौजूदा उसारू ते सुचारू विद्या देण लई पिंड हलवारा विखे एक बहुत ही वधिया समय दहाड़ी स्कूल शुरू किया गया है, जिथे बच्चों को मेहनती स्टाफ वालों उचेरी सिक्ख्या दे नाल स्मार्ट क्लास, गुरमत क्लास ਅਤੇ ਗੱਤਕਾ ਦੀ सिखलाई दी जाती है। नशियां के दरिया विच रुड़दी जा रही पंजाब की जवानी बचाउण लई ਥਾਂ-ਥਾਂ जागरूकता ਅਤੇ नशा छुड़ाऊ कैंप लगाए जाते हैं। नौजवानों को सही दिशा देने लई पहाड़ी इलाके में यूथ सिखलाई कैंप भी लगाए जाते हैं। पिंडां विच हॉकी, कबड्डी ਅਤੇ कुश्तियां के टूरनामेंट करवाए जाते हैं। गुरु नानक मोदी खाना विखे हर महीने की 15 तरीक नूं गरीब, लोड़वंद ਅਤੇ विधवा ਭੈਣਾਂ ਦੇ ਪਰਿਵਾਰਾਂ ਨੂੰ ਮੁਫਤ ਲੋੜੀਂਦਾ ਸਮਾਨ, ਰਾਸ਼ਨ ਵੰਡਣਾ, ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਆਧੁਨਿਕ ਉਚੇਰੀ ਵਿਦਿਆ ਪ੍ਰਦਾਨ ਕਰਵਾ ਕੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਵਰਗੇ ਸਮਾਜ ਭਲਾਈ ਦੇ ਕਾਰਜ ਨਿਰੰਤਰ ਚੱਲ ਰਹੇ ਹਨ। ਹਰੇਕ ਸਾਲ ਵਿੱਚ ਗਰੀਬ ਪਰਿਵਾਰ ਦੇ ਬੱਚਿਆਂ ਦੇ ਵਿਆਹ ਕਰਵਾਉਣ ਵਰਗੇ ਕਾਰਜ ਵੀ ਬਾਬਾ ਲੱਖਾ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਹਨ। बाबा जी आप गुरबाणी कीर्तन के रसीए हैं। वो देश विदेश विच चरण चलो मार्ग गोबिंद लड़ी तहत गुरमत समागम करवा के संगतां नूं गुरु चरणां नाल जोड़न दे निरंतर उपराले करते रहते हैं। इस दे नाल ही गुरमत के प्रचार प्रसार लई 24 घंटे निरोल गुरबाणी चैनल फास्टवे चलाया गया, जिस नाल संगतां हर वेले गुरबाणी सरवण कर सकदियां हन। समुचे संसार अंदर विश्व शांति ਅਤੇ ਭਾਰਤ देश की प्रभुसत्ता अखंडता कायम रहे, इस ਲਈ बाबा लखा सिंह जी ਵੱਲੋਂ विश्व धर्म सेवा शांति मिशन का गठन किया गया, जिस राही भारत देश की पार्लीमेंट, कैनेडा देश की पार्लीमेंट ਅਤੇ संयुक्त राष्ट्र वर्गियां वकारी विश्व प्रसिद्ध संस्थावां विच विश्व शांति सैमीनार करवाए गए। बाबा लखा सिंह जी द्वारा किए जा रहे सरबसांझीवालता के कारज नूं वेखदिआं भारत देश के 14 धर्मां के मुखियां वालों बाबा लखा सिंह जी नूं विश्व शांति दूत अवार्ड नाल सन्मानित करके संस्था के मुखी थापिया गया ਅਤੇ संस्था का चंडीगढ़ तनास विखे विश्व शांति मिशन दफ्तर कायम किया गया। संस्था वालों करोना महामारी समय चंडीगढ़ मोहाली ਅਤੇ ਇਸ ਦੇ ਨਾਲ लगते इलाकों में लंगर ਅਤੇ मैडिकल की सेवा की गई। इन्हां सेवावां विच वाधा करदिआं चंडीगढ़ विच उत्तरी भारत के सब तो वड्डे हस्पताल PGI के अंदर स्थापित गुरुद्वारा साहब विखे 24 घंटे मरीजों ते उन्हां दे नाल आए परिवारक मैंबरों वास्ते 7000 तो 8000 व्यक्तियों लई रोजाना भोजन तैयार किया जाता है। मरीजों के नाल आए व्यक्तियों के ठहरन लई सरावां बनाईਆਂ गईਆਂ ਹਨ ਅਤੇ ਅੱਗੇ ਹੋਰ ਸਰਾਵਾਂ भी तैयार कीतियां जा रही हैं। आओ वेखिए नानकसर विखे अलौकिक नगर कीर्तन के दृश्य। नानकसर विच पक्के तौर पर 500 सेवादार रहते हैं, जिन्हां दी रिहाइश लई बहुत सुंदर कमरे बने हुए हैं। यात्रु संगतां दी रिहाइश का वधिया प्रबंध है। तकरीबन 50 AC कमरे, 250 कूलर वाले कमरे ਅਤੇ 200 आम कमरिਆਂ ਤੋਂ ਇਲਾਵਾ ਕੁਝ ਸਰਾਵਾਂ ਵੀ ਬਣੀਆਂ ਹੋਈਆਂ ਹਨ। ਨਾਨਕਸਰ ਵਿੱਚ ਬਣਿਆ ਸੁੰਦਰ ਬਗੀਚਾ ਹਰ ਆਉਣ ਵਾਲੇ ਸ਼ਰਧਾਲੂ ਦਾ ਮਨ ਮੋਹ ਲੈਂਦਾ ਹੈ। ਅੱਜ ਵੀ ਨਾਨਕਸਰ ਕਲੇਰਾ ਕਦੀ ਕੋਈ ਵੀ ਲੰਗਰ ਨਹੀਂ ਪੱਕਦਾ, ਗੁਰੂ ਸਾਹਿਬ ਅੱਗੇ ਕੋਈ ਚੜਾਵਾ ਨਹੀਂ ਚੜਦਾ, ਤਾਂ ਵੀ ਸੰਗਤਾਂ ਵੱਲੋਂ ਪੱਕ ਕੇ ਆਉਣ ਦੇ ਲੰਗਰ ਦੀ ਕੋਈ ਕਮੀ ਨਹੀਂ ਆਉਂਦੀ। ਅੱਜ ਵੀ ਇੱਥੇ ਸਰਬੱਤ ਦੇ ਭਲੇ ਲਈ ਹਰ ਵੇਲੇ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।